गुरु नानक पग पंकज बंदन, पग पंकज बंदन। सिमरो अंगद दुख निकंदन, अमरदास हृदय नित त्यागो, हृदय नित त्यागो। श्री गुरु रामदास गुण गावो, गुरु अर्जन विघ्नन के नाशक, विघ्नन के नाशक। श्री हर गोबिंद शुभ मत प्रकाशक, श्री हर राय नमो कर जोरी, नमो कर जोरी। श्री हर कृष्ण मनाऊं बहोरी, तेग बहादुर परम किरपाला, वाहिगुरु परम किरपाला। श्री गुरु गोबिंद सिंह विशाला, तरों तरा पर पुन पुन शीशा, वाहिगुरु पुन बंदों बार बार जगदीशा। जिसमें अमृत ज्ञान है माणक भगत बैराग, श्री गुरु ग्रंथ साहिब उद्धत बंदों कार्य अनुराग। एकंकारा सतगुरु ते प्रसाद सच होए, वाहिगुरु जी की फतेह है विघ्न विनाशन सोए। वाहिगुरु जी की फतेह है विघ्न विनाशन। सब अंगन के सुंदर लक्षण, लगे बिलोकन विप्र विचक्षण। जुगो जुग अटल शब्द गुरु चवर छत्र तख्त दे मालक धन साहिब श्री गुरु ग्रंथ साहिब महाराज, तिन्हां दी बरकतमई मुबारक हजूरी अंदर संध्या वक्तों सजे पावन दीवान तिन्हां दियां हाज़रियां भर रहे गुरु सवारे गुरु प्यारे सतसंगी जनों वडभागे हो। सतगुरां दी मुबारक हजूरी अंदर बैठ के शुभ गुणां दी प्राप्ति करन दा सुभाग समा सतगुरां ने बख्शिश कीता है। चल रही लड़ीवार गुर इतिहास की मुबारक कथा, जिस कथा विच श्री गुरु प्रताप सूरज ग्रंथ अंदर धन गुरु नानक पातशाह महाराज जी तिन्हां दा पावन प्रकाश कदों होया, कित्थे होया, किस प्रकार होया, उस समय कौन कौन सी ते कल दे दीवानां विच आपां इह श्रवण कीता है। पंडित हरदयाल भी आया
ਉਸਨੇ ਵੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਮੱਥਾ ਟੇਕਿਆ ਹੈ ਤੇ ਬਾਬਾ ਮਹਿਤਾ ਕਾਲੂ ਜੀ ਨੂੰ ਇਹ ਗੱਲ ਕਹੀ ਹੈ, ਇਹ ਕੋਈ ਆਮ ਬੱਚਾ ਨਹੀਂ ਹੈ, ਇਹ ਕੋਈ ਆਮ ਬਾਲਕ ਨਹੀਂ ਹੈ, ਇਹ ਅਵਤਾਰੀ ਪੁਰਖ ਹੈ, ਇਹ ਸੰਸਾਰ ਤੇ ਆਇਆ ਹੈ, ਲੋਕ ਤੇ ਪਰਲੋਕ ਨੂੰ ਸਵਾਰਨ ਵਾਲਾ ਹੈ ਇਹ। ਤੇ ਇਸ ਪ੍ਰਕਾਰ ਕੱਲ ਆਪਾਂ ਜਿਵੇਂ ਸਮਝਿਆ ਸੀ ਦੀਵਾਨਾਂ ਵਿੱਚ ਕਿ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਨੇ ਪੰਡਿਤ ਹਰਦਿਆਲ ਨੇ ਤੇ ਗੁਰੂ ਸਾਹਿਬ ਜੀ ਨੂੰ ਨਤਮਸਤਕ ਵੀ ਹੋਇਆ ਹੈ, ਮੱਥਾ ਵੀ ਟੇਕਿਆ ਹੈ। ਸੋ ਆਓ, ਕਿਹੋ ਜਿਹਾ ਉੱਥੇ ਖੁਸ਼ੀਆਂ ਭਰਿਆ ਮਾਹੌਲ ਹੈ ਰਾਏ ਭੋਏ ਦੀ ਤਲਵੰਡੀ ਵਿਖੇ। ਤੇ ਅੱਜ ਦੇ ਦੀਵਾਨਾਂ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਨਾਮਕਰਨ ਵੀ ਹੋਏਗਾ ਤੇ ਪੰਡਤ ਜੀ ਨੂੰ ਫਿਰ ਸੱਦਿਆ ਜਾਏਗਾ ਤੇ ਪੁੱਛਿਆ ਜਾਏਗਾ ਕਿ ਕੋਈ ਨਾਮ ਦੱਸੋ, ਸੁਖਾਲਾ ਚੰਗਾ ਨਾਮ ਦੱਸੋ, ਮੈਂ ਆਪਣੇ ਪੁੱਤਰ ਦਾ ਨਾਮ ਰੱਖਣਾ। ਸੋ ਇਸ ਪ੍ਰਕਾਰ ਹੁਣ ਜਿਵੇਂ ਤਲਵੰਡੀ ਦਾ ਮਾਹੌਲ ਹੈ ਖੁਸ਼ੀਆਂ ਭਰਿਆ, ਉਹਦਾ ਦ੍ਰਿਸ਼ ਕਵੀ ਸੰਤੋਖ ਸਿੰਘ ਜੀ ਬਿਆਨ ਕਰਦੇ ਨੇ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਰਸਨਾ ਕਰੋ ਪਵਿੱਤਰ, ਪਿਆਰ ਸਹਿਤ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। सब अंगन के सुंदर लक्षण लग्यो बिलोकन विप्र विचक्षण। ਸਾਰੇ ਅੰਗਾਂ ਦੇ ਸੁੰਦਰ ਲੱਛਣ ਨੇ। ਪੰਡਿਤ ਹਰਦਿਆਲ ਨੇ ਜਦੋਂ ਵੇਖਿਆ ਹੈ, ਦਰਸ਼ਨ ਕੀਤੇ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ, ਤੇ ਬਾਬਾ ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ ਇਹ ਤੇ ਬਹੁਤ ਸੁੰਦਰ ਹੈ, ਸੋਹਣੇ ਗੁਣਾਂ ਵਾਲਾ ਹੈ। अरुण चरण बर मृदुल सुहावे, जिम दल कोक नदंग दुत पावे। ਇਹ ਤੇ ਇਸ ਪ੍ਰਕਾਰ ਹੈ ਕਿ ਜਿਵੇਂ ਕਮਲ ਦੀਆਂ ਪੰਖੜੀਆਂ ਸ਼ੋਭਾ ਪਾਉਂਦੀਆਂ ਹੋਣ ਨਾ, ਖਿੜੀਆਂ ਹੋਈਆਂ, ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਐਂ ਲੱਗਦੇ ਨੇ ਜਿਵੇਂ ਸੂਰਜ ਚੜ੍ਹਿਆ ਹੋਵੇ ਤੇ ਕਮਲ ਖਿਲਿਆ ਹੋਵੇ, ਸੋਹਣਾ ਲੱਗਦਾ ਹੈ। ਉਸੇ ਪ੍ਰਕਾਰ ਗੁਰੂ ਨਾਨਕ ਮਹਾਰਾਜ ਜੀ ਦੇ ਪਾਵਨ ਚਰਨ ਜਿਹੜਾ ਹੈ ਸ਼ੋਭ ਰਹੇ ਹਨ। ਪੁਜ ਆ ਜਾਨ ਕੰਦ ਸ਼ੁਭ ਊਚੇ, ਕਰਜ ਅਰੁਣ ਜਿਉ ਨਗ ਹੋਏ ਸੂਚੇ। ਬਾਹਾਂ ਜਿਹੜੀਆਂ ਨੇ, ਹੁਣ ਇੱਥੇ ਸਰੀਰ ਦਾ ਜਿਹੜਾ ਵਰਣਨ ਕੀਤਾ ਜਾ ਰਿਹਾ ਹੈ, ਕਵੀ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਬਾਹਾਂ ਜਿਹੜੀਆਂ ਨੇ ਨਾ, ਗੋਡਿਆਂ ਤੱਕ ਲੰਮੀਆਂ ਨੇ। ਕਈ ਬੱਚਿਆਂ ਦੀਆਂ ਹੁੰਦੀਆਂ ਨੇ, ਕਈ ਜਿਹੜਾ ਹੈ ਬਾਹਾਂ ਉੱਪਰ ਤੱਕ ਹੁੰਦੀਆਂ ਨੇ, ਕੋਈ ਬੰਨ ਤੱਕ ਰਹਿ ਜਾਂਦੀਆਂ ਨੇ, ਕਿਸੇ ਦੀਆਂ ਇਤਨੀਆਂ ਲੰਬੀਆਂ ਬਾਹਾਂ ਹੁੰਦੀਆਂ ਨੇ, ਗੋਡਿਆਂ ਤੱਕ ਹੁੰਦੀਆਂ ਨੇ। ਸੋ ਕਵੀ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਬਾਹਾਂ ਜਿਹੜੀਆਂ ਨੇ ਨਾ, ਉਹ ਗੋਡਿਆਂ ਤੱਕ ਲੰਮੀਆਂ ਨੇ ਤੇ ਮੋਢੇ ਸੋਹਣੇ ਨੇ ਤੇ ਉੱਚੇ ਹਨ। ਕਰ ਸ਼ਾਖਾ ਇੱਕ ਸਾਰ ਵਿਸਾਲਾ, ਉਰ ਆਯੁਤ ਸ਼ੋਭਤ ਛਬ ਛਾਲਾ। ਇਸ ਪ੍ਰਕਾਰ ਸੁੰਦਰ ਜਿਹੜਾ ਹੈ ਨੌ ਨੇ, ਸੁੱਚੇ ਨਗੀਨਿਆਂ ਵਰਗੇ, ਮੋਤੀਆਂ ਵਰਗੇ, ਜਿਵੇਂ ਸੁੱਚੇ ਮੋਤੀ ਆਪਾਂ ਕਹਿ ਦਿੰਦੇ ਹਾਂ ਨਾ, ਗੁਰੂ ਸਾਹਿਬ ਜੀ ਦੇ ਨੌ ਜਿਹੜੇ ਨੇ ਨਾ ਉੱਦਾਂ ਚਮਕ ਰਹੇ ਨੇ। ਤੇ ਕਵੀ ਜੀ ਕਹਿੰਦੇ ਹੱਥਾਂ ਦੀਆਂ ਉਂਗਲਾਂ ਜਿਹੜੀਆਂ ਨੇ ਉਹ ਇੱਕੋ ਜਿਹੀਆਂ ਨੇ, ਸਾਡੀਆਂ ਵਿੱਚ ਫਰਕ ਹੈ। ਦੋ ਉਂਗਲਾਂ ਜਿਵੇਂ ਤੁਸੀਂ ਆਮ ਹੱਥ ਨੂੰ ਦੇਖੋਗੇ, ਇੱਕ ਉਂਗਲ ਸਭ ਤੋਂ ਵੱਡੀ ਹੈ, ਬਾਕੀ ਛੋਟੀਆਂ ਨੇ, ਫਿਰ ਉਹ ਤੋਂ ਛੋਟੀ ਹੈ। ਆਪਣਾ ਇੱਕ ਸੇਮ ਨਹੀਂ ਹੈ। ਪਰ ਕਵੀ ਜੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀਆਂ ਉਂਗਲਾਂ ਜਿਹੜੀਆਂ ਨੇ ਨਾ, ਇੱਕੋ ਜਿਹੀਆਂ ਲੰਮੀਆਂ ਨੇ, ਛਾਤੀ ਚੌੜੀ ਹੈ ਤੇ ਛੱਬ ਬੜੀ ਜਿਹੜੀ ਹੈ ਉਹ ਸ਼ੋਭਾ ਪਾ ਰਹੀ ਹੈ। ਦਾਹਨ ਕਰ ਮੈਂ ਚਮਰ ਬਨਾਵਾ, ਛਤਰ ਬਾਮ ਮੈਂ ਰੁਚਿਰ ਸੁਹਾਵਾ। ਇਸ ਪ੍ਰਕਾਰ ਦਾਹਨ ਕਰ ਮਹਿ ਚਮਰ ਬਨਾਵਾ, ਛਤਰ ਬਾਮ ਮਹਿ ਰੁਚਿਰ ਸੁਹਾਵਾ। ਕਵੀ ਜੀ ਕਹਿੰਦੇ ਸੱਜੇ ਹੱਥ ਵਿਖੇ ਚੌਰ ਦਾ ਨਿਸ਼ਾਨ ਹੈ ਤੇ ਖੱਬੇ ਹੱਥ ਵਿੱਚ ਛਤਰ ਸੋਹਣਾ ਲੱਗ ਰਿਹਾ ਹੈ। ਭਾਵ ਇਸ ਪ੍ਰਕਾਰ ਗੁਰੂ ਸਾਹਿਬ ਜੀ ਦੇ ਪਾਵਨ ਸਰੀਰ ਦੀ ਜਿਹੜਾ ਹੈ ਬਣਤਰ ਜਿਸ ਪ੍ਰਕਾਰ ਦੀ ਹੈ, ਕਵੀ ਜੀ ਵਿਖਿਆਨ ਕਰ ਰਹੇ ਹਨ। ਕੋਮਲ ਗੋਲ
फूल कपोल सुहावन उनत नास का मोद बढ़ावन। इस प्रकार सतगुरु जी ਦੀਆਂ ਗੱਲਾਂ ਜਿਹੜੀਆਂ ਨੇ ਉਹ ਗੋਲ ਮੋਲ ਨੇ। ਕਵੀ ਜੀ ਕਹਿੰਦੇ ਗੋਲ ਗੱਲਾਂ ਨੇ ਤੇ ਬੜੀਆਂ ਸੁੰਦਰ ਲੱਗ ਰਹੀਆਂ ਨੇ, ਗੋਲ ਮਟੋਲ ਚਿਹਰਾ ਹੈ। ਸੋ ਇਸ ਪ੍ਰਕਾਰ ਉੱਚੀਆਂ ਜਿਹੜੀਆਂ ਨੇ, ਇਹ ਨਾਸਿਕਾ ਜਿਹੜੀ ਹੈ ਇਹ ਉੱਚੀ ਹੈ, ਨੱਕ ਉੱਚਾ ਹੈ, ਨਾਸਿਕਾਵਾਂ ਜਿਹੜੀਆਂ ਨੇ ਉੱਚੀਆਂ ਨੇ, ਬੜੀਆਂ ਸੁੰਦਰ ਲੱਗ ਰਹੀਆਂ ਹਨ। ਅਰਦੰ ਚੰਦਰਾਕਾਰ ਲੀਲਾਰੰ ਤਨ ਪ੍ਰਿਕੁਟੀ ਸੋ ਕ੍ਰੰਚ ਬਿਨ ਬਾਰੰ। ਮੱਥਾ ਜਿਹੜਾ ਹੈ ਅੱਧੇ ਚੰਦਰਮਾ ਦੇ ਆਕਾਰ ਵਰਗਾ ਹੈ, ਬੜਾ ਸੁੰਦਰ। ਤੇ ਜਿਹੜੇ ਭਰਵੱਟੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ, ਉਹ ਜਿਹੜਾ ਧਨੁਖ ਵਰਗੇ ਨੇ। ਤੇ ਇਸ ਪ੍ਰਕਾਰ ਜਿਹੜੀ ਤ੍ਰਿਕੁਟੀ ਬਿਨਾਂ ਵਾਲਾਂ ਤੋਂ ਜਿਹੜਾ ਹੈ, ਇਸ ਪ੍ਰਕਾਰ ਹਾਂਜੀ ਸੁਨ ਕਾਲੂ ਸੁਤ ਤੋਏ ਵਿਛਛਨ ਇਸਮੈ ਲਖਿਅਤ ਬਤ ਸੁਲਛਨ। ਬ੍ਰਾਹਮਣ ਕਹਿਣ ਲੱਗਾ, ਭਾਵ ਜਿਹੜਾ ਹੈ ਪੰਡਿਤ ਹਰਦਿਆਲ ਜੀ ਕਹਿਣ ਲੱਗੇ, ਸੁਣੋ ਮਹਿਤਾ ਕਾਲੂ ਜੀ, ਤੁਹਾਡਾ ਪੁੱਤਰ ਅਤੀ ਸੁੰਦਰ ਹੈ, ਬਹੁਤ ਸੋਹਣਾ ਹੈ। ਇਸ ਵਿੱਚ ਜਿਹੜਾ ਹੈ 32 ਸ਼ੁਭ ਲੱਛਣ ਜਿਹੜੇ ਨੇ ਨਾ, ਉਹ ਵਿੱਚ ਇਹਨਾਂ ਦੇ ਨੇ। 32 ਸੁਲੱਖਣੀ ਆਪਾਂ ਗੁਰਬਾਣੀ ਵਿੱਚ ਵੀ ਪੜ੍ਹਿਆ ਹੈ, ਸੰਪੂਰਨ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਗੁਣਾਂ ਦੇ ਭੰਡਾਰ ਹਨ। ਕਰ ਤਰਵਾ ਇਹ ਊਰਜ ਆਈ ਤਨ ਬਹੁ ਆਈ ਰਖੈ ਡਿਗ ਨਾਹੀ। ਹੱਥ ਦੀ ਤਲੀ ਜਿਹੜੀ ਹੈ ਉਹ ਉੱਚੀ ਹੈ ਤੇ ਧਨ ਬਹੁਤਾ ਆਏਗਾ। ਪੰਡਿਤ ਜੀ ਕਹਿੰਦੇ, ਬਾਬਾ ਮਹਿਤਾ ਕਾਲੂ ਜੀ ਨੂੰ ਕਹਿੰਦੇ ਨੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਜਿਹੜੀ ਤਲੀ ਹੈ ਨਾ, ਉਹ ਉੱਚੀ ਹੈ। ਤੇ ਤੁਸੀਂ ਐ ਵੇਖੋਗੇ, ਕਈਆਂ ਦੀਆਂ ਡੂੰਘੀਆਂ ਹੁੰਦੀਆਂ ਨੇ, ਕਈਆਂ ਦੇ ਹੱਥ ਜਿਹੜਾ ਹੈ ਸਮਾਨ ਹੁੰਦੇ ਨੇ, ਹਥੇਲੀਆਂ ਜਿਹੜੀਆਂ ਨੇ। ਤੇ ਕਵੀ ਜੀ ਹੱਥ ਵੇਖ ਕੇ ਕਹਿੰਦੇ, ਇੱਥੇ ਜਿਹੜਾ ਪੰਡਿਤ ਜੀ ਕਹਿੰਦੇ ਹੱਥ ਦੀ ਤਲੀ ਜਿਹੜੀ ਹੈ ਉਹ ਉੱਚੀ ਹੈ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕੋਲ ਧਨ ਬਹੁਤ ਆਏਗਾ। ਤੇ ਪੰਡਿਤ ਜੀ ਨਾਲ ਇਹ ਵੀ ਕਹਿਣ ਲੱਗੇ, ਪਰ ਇਹ ਕੋਲ ਨਹੀਂ ਰੱਖਣਗੇ, ਆਏਗਾ ਬਹੁਤ ਧਨ, ਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਆਪਣੇ ਕੋਲ ਧਨ ਰੱਖਣਗੇ ਨਹੀਂ। ਪਟਿਓ ਸਮੁੰਦਰਿਕ ਮੈਂ ਬਹੁ ਸੋਦਾ ਸ਼ੁਭ ਗੁਣ ਸਭ ਇਸ ਮੈਂ ਕਹਿ ਪ੍ਰੋਧਾ। ਇਸ ਪ੍ਰਕਾਰ ਮੈਂ ਜਿਹੜਾ ਹੈ ਜੋ ਵਿਚਾਰ ਕੀਤੀ ਹੈ, ਜੋ ਵਿਦਿਆ ਪੜ੍ਹੀ ਹੈ, ਉਸ ਮੁਤਾਬਕ ਮੈਂ ਵੇਖ ਕੇ ਦੱਸ ਰਿਹਾ ਕਿ ਇਹ ਸਾਰੇ ਸ਼ੁਭ ਗੁਣਾਂ ਦਾ ਮਾਲਕ ਹੋਵੇਗਾ। ਇਹ ਗੱਲ ਪੰਡਿਤ ਹਰਦਿਆਲ ਕਹਿੰਦਾ ਹੈ। ਮਹਿਮਾ ਅਮਿਤ ਮਨੈ ਮਹਿਮਾਨੀ ਹੈ ਅਵਤਾਰ ਸਤ ਚਿਤ ਜਾਨੀ। ਇਸ ਪ੍ਰਕਾਰ ਮਹਿਮਾ ਅਮਿਤ ਮਨੇ ਮਹਿਮਾਨੀ, ਮਨ ਵਿੱਚ ਬਾਲਕ ਦੀ ਬਹੁਤ ਮਹਿਮਾ ਜਿਹੜੀ ਮੰਨੀ ਹੈ ਕਿ ਇਸ ਕਰਤਾਰ ਦਾ ਅਵਤਾਰ ਹੈ, ਅਕਾਲ ਪੁਰਖ ਦਾ ਜਿਹੜਾ ਹੈ ਸਰੂਪ ਇੱਥੇ ਆਇਆ ਹੈ। ਦਿਜ ਦਰਸਾਏ ਤਾਏ ਡਿਗ ਮਾਤਾ ਦੀਨੋ ਜਾਏ ਜੋ ਸੁੰਦਰ ਤਾਤਾ। ਇਸ ਪ੍ਰਕਾਰ ਪੰਡਿਤ ਜੀ ਨੇ ਦਰਸ਼ਨ ਕੀਤੇ ਨੇ, ਨਤਮਸਤਕ ਵੀ ਹੋਏ ਨੇ ਤੇ ਗੁਣਾਂ ਦਾ ਵੀ ਵਿਖਿਆਨ ਕੀਤਾ ਹੈ। ਉਸ ਤੋਂ ਬਾਅਦ ਫਿਰ ਕੁਝ ਜਿਹੜਾ ਹੈ ਦੱਸਿਆ ਤੇ ਦਾਈ ਦੌਲਤਾਂ ਜੀ ਨੂੰ ਬੁਲਾ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਮਾਤਾ ਤ੍ਰਿਪਤਾ ਕੋਲ ਲਿਜਾਣ ਵਾਸਤੇ ਆਖਿਆ ਗਿਆ। ਨੰਦੀ ਮੁਖੰ ਸ਼ਰਾਧ ਕਰਵਾਇਓ ਬੇਦਨ ਵਿਦ ਜਿਉ ਬੇਪਰ ਬਤਾਇਓ। ਇਸ ਪ੍ਰਕਾਰ ਖੁਸ਼ੀਆਂ ਦੇ ਮੌਕੇ ਤੇ ਜਿਸ ਪ੍ਰਕਾਰ ਵੀ ਪ੍ਰਮਾਤਮਾ ਦਾ ਧੰਨਵਾਦ ਕਰਨਾ ਸੀ, ਉਹਨਾਂ ਨੇ ਕੀਤਾ ਹੈ। ਕਾਲੂ ਕਹੇ ਨਾਮ ਸਿਸ ਰਾਖੋ ਬਰਨ ਸੋਧ ਸ਼ੁਧ ਮੁਝ ਸੋ ਪਾਖੋ। ਬਾਬਾ ਮਹਿਤਾ ਕਾਲੂ ਜੀ ਪੰਡਿਤ ਹਰਦਿਆਲ ਜੀ ਨੂੰ ਕਹਿੰਦੇ ਨੇ ਕਿ ਇੱਦਾਂ ਕਰੋ, ਤੁਸੀਂ ਜਿਹੜਾ ਹੈ ਚੰਗਾ ਜਿਹਾ ਅੱਖਰ ਸੋਧ ਕੇ ਮੇਰੇ ਬੱਚੇ ਦਾ ਨਾਮ ਰੱਖੋ। ਹੁਣ ਉਹਨਾਂ ਦੇ ਵਜੋਂ ਤੇ ਬੱਚਾ ਹੈ, ਬਾਰ-ਬਾਰ ਜਿਹੜਾ ਹੈ, ਹੁਣ ਜਦੋਂ ਅਗਲੇਰੇ ਆਪਾਂ ਜਿਹੜਾ ਹੈ ਲੜੀਵਾਰ ਇਤਿਹਾਸ ਵਿੱਚ ਵਾਚਾਂਗੇ, ਬਾਬਾ ਮਹਿਤਾ ਕਾਲੂ ਜੀ ਨੇ ਥੱਪੜ ਵੀ ਮਾਰੇ ਨੇ, ਕਿਉਂਕਿ ਉਹਨਾਂ ਦੇ ਵਜੋਂ ਬੱਚਾ ਹੈ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਸਮਝਣ ਵਾਲੇ ਸਭ ਤੋਂ ਪਹਿਲਾਂ ਜਿਹੜਾ ਹੈ ਦੌਲਤਾਂ ਦਾਈ ਹੈ, ਉਸ ਤੋਂ ਬਾਅਦ ਫਿਰ ਪੰਡਿਤ ਹਰਦਿਆਲ ਹੈ, ਉਸ ਤੋਂ ਬਾਅਦ ਫਿਰ ਬੇਬੇ ਨਾਨਕੀ ਨੂੰ ਇਹ ਸਮਝ ਆਏਗੀ। ਪਹਿਲੀ ਸਿੱਖ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਬੇਬੇ ਨਾਨਕੀ ਹੈ, ਜਿਹਨੂੰ ਇਹ ਸਮਝ ਆਈ
ਇਹ ਜਿਹੜਾ ਹੈ ਆਮ ਨਹੀਂ ਹੈ, ਬੱਚਿਆਂ ਵਰਗਾ ਮੇਰਾ ਵੀਰਾ ਨਹੀਂ ਹੈ, ਇਹ ਤੇ ਅਕਾਲ ਪੁਰਖ ਦਾ ਰੂਪ ਹੈ। ਫਿਰ ਕੌਤਕ ਅੱਗੇ ਆਉਣਗੇ ਅਗਲੇ ਅਧਿਆਏ ਦੇ ਵਿੱਚ, ਜਿੱਥੇ ਜਿਹੜਾ ਹੈ ਬਾਲ ਅਵਸਥਾ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜੋ ਕੌਤਕ ਕੀਤੇ ਨੇ, ਤੇ ਪੰਡਤ ਜੀ ਨੂੰ ਜਿਹੜਾ ਹੈ ਬਾਬਾ ਮਹਿਤਾ ਕਾਲੂ ਜੀ ਕਹਿੰਦੇ ਕੋਈ ਅੱਖਰ ਸੋਧੋ ਤੇ ਸਾਨੂੰ ਜਿਹੜਾ ਦੱਸੋ, ਅਸੀਂ ਆਪਣੇ ਬੱਚੇ ਦਾ ਨਾਮ ਰੱਖੀਏ। ਸੁਨ ਕਾਲੂ ਇਸ ਨਾਮ ਅਪਾਰਾ, ਹੋ ਰਾਖੋ ਕਰ ਸੋਧ ਵਿਚਾਰਾ। ਬ੍ਰਾਹਮਣ ਜੀ ਕਹਿਣ ਲੱਗੇ, ਪੰਡਤ ਹਰਦਿਆਲ ਜੀ ਕਹਿੰਦੇ ਨੇ, ਮਹਿਤਾ ਕਾਲੂ ਜੀ ਸੁਣੋ, ਇਸ ਬਾਲਕ ਦਾ ਅਪਾਰ ਨਾਮ ਜਿਹੜਾ ਹੈ ਨਾ, ਮੈਂ ਸੋਧ ਵਿਚਾਰ ਕੇ ਹੀ ਦੱਸਾਂਗਾ, ਇੱਦਾਂ ਨਹੀਂ ਮੈਂ ਦੱਸ ਸਕਦਾ, ਕਿਉਂਕਿ ਆਮ ਨਹੀਂ ਹੈ। ਤੇ ਇਸ ਕਰਕੇ ਇਹਨਾਂ ਦਾ ਜਿਹੜਾ ਹੈ ਕੋਖ ਵਿਚਾਰ ਕੇ ਹੀ ਨਾਮ ਰੱਖਿਆ ਜਾਵੇਗਾ। ਨਿਜ ਕੁਲ ਕੀ ਕੀਜੇ ਚਾਲੀ, ਜੋ ਜਾਚੈ ਤੇ ਭੇਜ ਨ ਖਾਲੀ। ਅਸਲ ਦੇ ਵਿੱਚ ਜੋ ਤੁਹਾਡਾ ਰੀਤੀ ਰਿਵਾਜ ਹੈ ਨਾ ਕੁਲ ਦਾ, ਉਹ ਤੁਸੀਂ ਹਲੇ ਨਿਭਾਓ। ਜਿਹੜੇ ਲੋੜਵੰਦ ਤੁਹਾਡੇ ਕੋਲ ਆ ਰਹੇ ਨੇ, ਕੋਈ ਜਿਹੜਾ ਹੈ ਮੰਗਤਾ ਆ ਰਿਹਾ ਹੈ, ਕੋਈ ਕਿਸੇ ਪ੍ਰਕਾਰ ਦਾ ਆ ਰਿਹਾ ਹੈ ਖੁਸ਼ੀ ਲੈਣ ਵਾਸਤੇ, ਤੇ ਪੰਡਤ ਜੀ ਕਹਿੰਦੇ ਨੇ ਬਾਬਾ ਮਹਿਤਾ ਕਾਲੂ ਜੀ ਤੁਸੀਂ ਇੱਦਾਂ ਕਰੋ, ਕੋਈ ਵੀ ਤੁਹਾਡੇ ਦਰ ਤੋਂ ਜਿਹੜਾ ਖਾਲੀ ਨਹੀਂ ਜਾਣਾ ਚਾਹੀਦਾ, ਸਾਰਿਆਂ ਨੂੰ ਤੁਸੀਂ ਜਿਹੜਾ ਖੁਸ਼ ਕਰਕੇ ਭੇਜਣਾ ਹੈ। ਦੋਹਰਾ ਇਹ ਬਿਦ ਕਹਿ ਦਿਜ ਬਰ ਗਇਓ, ਜੋਤਿਸ਼ ਕਰਤ ਵਿਚਾਰ। ਦਰ ਪਰ ਤੋਰਨ ਸੁੰਦਰ, ਬਾਂਧਤ ਹਰਖ ਅਪਾਰ। ਇਸ ਤਰ੍ਹਾਂ ਕਹਿ ਕੇ ਪੰਡਤ ਹਰਦਿਆਲ ਜੀ ਆਪਣੇ ਮਨ ਦੇ ਵਿੱਚ ਵਿਚਾਰ ਕਰਦੇ ਹੋਏ ਹੁਣ ਉਸ ਗ੍ਰਹਿ ਵਿਖੇ ਤੋਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਘਰ ਵਿਖੇ ਤੋਂ ਤੁਰੇ ਨੇ। ਤੇ ਇਸ ਪ੍ਰਕਾਰ ਜਿਵੇਂ ਜਿਹੜਾ ਹੈ ਸ਼ਗਨ ਆਦਿ ਕੀਤੇ ਜਾਂਦੇ ਨੇ ਬੱਚੇ ਦੇ ਆਉਣ 'ਤੇ, ਕੋਈ ਫੁੱਲ ਬੰਨ੍ਹਦਾ ਹੈ, ਕੋਈ ਪੱਤੇ ਬੰਨ੍ਹਦਾ ਹੈ, ਕੋਈ ਕਿਸੇ ਪ੍ਰਕਾਰ, ਉੱਥੇ ਰੀਤੀ ਰਿਵਾਜ ਮੁਤਾਬਕ ਇਹ ਕੀਤਾ ਗਿਆ ਹੈ, ਖੁਸ਼ੀਆਂ ਮਨਾਈਆਂ ਗਈਆਂ। ਚੌਪਈ ਆਵੇ ਦਰ ਬਹੁ ਜਾਚਕ ਜਾਚੇ, ਤਾਲਨ ਪੂਰ ਕਲੀਬ ਸੁਨਾਚੇ। ਘਰ ਵਿੱਚ ਜਿਹੜਾ ਹੈ ਬਹੁਤ ਹੁਣ ਮੰਗਣ ਵਾਲੇ ਮੰਗਤੇ ਆ ਰਹੇ ਨੇ, ਤੇ ਨਾਲ ਹੀ ਜਿਹੜਾ ਹੈ ਹੋਰ ਵੀ ਗਾਉਣ ਵਜਾਉਣ ਵਾਲੇ ਆਦਿਕ ਸਭ ਆ ਰਹੇ ਨੇ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ, ਭਾਵ ਉਹ ਸਮਝਦੇ ਨੇ ਕਿ ਬਾਬਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ 5 ਸਾਲ ਬਾਅਦ ਬੱਚਾ ਆਇਆ ਹੈ। 5 ਸਾਲ ਬਾਅਦ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਹੈ, ਤੇ ਹਰ ਇੱਕ ਮਨ ਦੇ ਵਿੱਚ ਖੁਸ਼ੀ ਹੈ, ਤੇ ਹਰ ਕੋਈ ਜਿਹੜਾ ਹੈ ਖੁਸ਼ੀ ਮਨਾਉਣ ਵਾਸਤੇ ਕੋਈ ਆ ਰਿਹਾ ਹੈ, ਕੋਈ ਖੁਸ਼ੀ ਲੈਣ ਵਾਸਤੇ ਆ ਰਿਹਾ ਹੈ। ਢੋਲਕ ਤਲਕਾ ਘੁੰਗਰੂ ਤਾਲੀ, ਤਾਲ ਮਿਲਾਵੇ ਲੈ ਪਵਾਲੀ। ਕੋਈ ਢੋਲ ਵਜਾ ਰਿਹਾ ਹੈ, ਕੋਈ ਟੱਲੀਆਂ ਵਜਾ ਰਿਹਾ ਹੈ, ਕੋਈ ਘੁੰਗਰੂ, ਕੋਈ ਕਿਸ ਪ੍ਰਕਾਰ, ਇਸ ਪ੍ਰਕਾਰ ਖੁਸ਼ੀ ਜ਼ਾਹਰ ਕੀਤੀ ਜਾ ਰਹੀ ਹੈ। ਗਾਵੇ ਗੀਤ ਮధుਰ ਧੁਨ ਤਾਰੀ, ਦੇ ਸੁਹਾਤੀ ਸੁੰਦਰ ਗਾਰੀ। ਇਸ ਪ੍ਰਕਾਰ ਇਸਤਰੀਆਂ ਜਿਹੜੀਆਂ ਨੇ ਹੁਣ ਮਿੱਠੜੇ ਗੀਤ ਗਾਉਂਦੀਆਂ ਨੇ, ਭਾਵ ਮੰਗਲ ਜਿਹੜਾ ਹੈ ਗਾਇਆ ਜਾ ਰਿਹਾ ਹੈ, ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਹਨ। ਸਭੈ ਸ਼ਰੀਕਨ ਮਿਲ ਕਰ ਆਈ, ਭੂਖਨ ਬਸਨ ਤਰੇ ਛਬ ਛਾਈ। ਇਸ ਪ੍ਰਕਾਰ ਸਾਰੀਆਂ ਜਿਹੜੀਆਂ ਸ਼ਰੀਕਣਾ, ਭਾਵ ਜਿਹੜਾ ਹੈ ਆੜ ਪੜੋਸ ਜਿਹੜੇ ਨੇ, ਸਾਰੇ ਮਿਲ ਕੇ ਆਏ ਨੇ, ਤੇ ਮਿਲ ਕੇ ਆ ਕੇ ਬਾਬਾ ਮਹਿਤਾ ਕਾਲੂ ਜੀ ਨੂੰ, ਮਾਤਾ ਜੀ ਨੂੰ, ਸਾਰਿਆਂ ਨੂੰ ਜਿਹੜਾ ਹੈ ਨਾ ਵਧਾਈ ਦਿੰਦੇ ਨੇ, ਤੇ ਵਧਾਈ ਦੇ ਕੇ ਜਿਹੜਾ ਹੈ ਖੁਸ਼ੀ ਵੀ ਜ਼ਾਹਰ ਕਰਦੇ ਹਨ। ਗਜ ਕਾਮਨ ਕੇ ਖੰਜਨ ਨੈਣੀ, ਨਾਗਰ ਗੀਤ ਗਾਏ ਫਿਕ ਬੈਣੀ। ਇਸ ਪ੍ਰਕਾਰ ਹਰ ਕੋਈ ਜਿਹੜਾ ਹੈ ਆਪੋ ਆਪਣਾ ਕੋਈ ਜਿਹੜਾ ਹੈ ਸਾਜੋ ਸਮਾਨ ਲੈ ਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਆ ਕੇ ਖੁਸ਼ੀ ਜ਼ਾਹਰ ਕਰ ਰਿਹਾ ਹੈ। ਬਰਨ ਬਰਨ ਪਟ ਪਹਿਰ ਨਵੀਨਾ, ਕਟ ਜਿਨ ਛੀਨ ਉਰੋਜਨ ਪੀਨਾ। ਇਸ ਪ੍ਰਕਾਰ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ, ਸੋਹਣੇ ਸੋਹਣੇ ਕੱਪੜੇ ਪਾਏ ਹੋਏ ਨੇ ਸਾੜਿਆਂ ਨੇ, ਸਾਰੇ ਫੱਬ ਰਹੇ ਨੇ, ਹਰ ਕੋਈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਗ੍ਰਹਿ ਵਿਖੇ ਆਇਆ ਹੈ, ਤੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਦਾ ਹੈ। ਪਈ ਪੌਨ ਮੈਂ ਪਾਰੀ ਪੀਰਾ, ਪੀ ਉਛਾਹ ਕੀ ਤੁਨੀ ਗੰਭੀਰਾ। ਘਰ ਵਿੱਚ ਹੁਣ ਕਾਫੀ ਜਿਹੜੀ ਹੈ ਨਾ ਭੀੜ ਹੋ ਗਈ, ਖੁਸ਼ੀਆਂ ਭਰੇ ਜਿਹੜਾ ਹੈ ਮੰਨੋ ਕਿ ਹਾਸਿਆਂ ਦੀਆਂ ਆਵਾਜ਼ਾਂ ਆ ਰਹੀਆਂ ਹਨ। ਕਪਟ ਬੇਸ ਜੇ ਦੇਵ
बदूटी गावे मनो जगत सुख लूटी। ਹੁਣ ਜਿਹੜਾ ਹੈ ਇਸਤਰੀਆਂ ਸੁੰਦਰ ਗੀਤ ਗਾਉਂਦੀਆਂ ਨੇ ਖੁਸ਼ੀਆਂ ਭਰੇ, ਤੇ ਐ ਲੱਗਦਾ ਹੈ ਕਿ ਜਿਵੇਂ ਸਵਰਗ ਦੀਆਂ ਅਫਸਰਾਂ ਗਾ ਰਹੀਆਂ ਹੋਣ। कालू आल्य मंगल साजे दर पर लग निशान शुभ बाजे। ਮਹਿਤਾ ਕਾਲੂ ਜੀ ਦਾ ਘਰ ਜਿਹੜਾ ਹੈ ਨਾ ਹੁਣ ਖੁਸ਼ੀਆਂ ਖੇੜਿਆਂ ਦੇ ਨਾਲ ਭਰਿਆ ਪਿਆ ਹੈ। ਦਰਵਾਜ਼ੇ ਉੱਤੇ ਮਾਨੋ ਕਿ ਦਰ ਪਰ ਲਗ ਨਿਸ਼ਾਨ ਸ਼ੁਭ ਬਾਜੇ। ਦਰਵਾਜ਼ੇ ਉੱਤੇ ਛੋਟੇ ਨਗਾਰੇ ਜਿਹੜੇ ਨਾ ਬੜੇ ਸੁੰਦਰ ਤਰੀਕੇ ਨਾਲ ਵਜਾਏ ਜਾ ਰਹੇ ਹਨ। टाटी पाट जो मंगन हारे पाए दरब को गुणन उचारे। ਢਾਡੀ ਜਿਹੜੇ ਨੇ ਭੱਟ ਜਿਹੜੇ ਨੇ ਹੋਰ ਆਏ ਹੋਏ ਜਿਤਨੇ ਵੀ ਮੰਗਤੇ ਨੇ ਧਨ ਪ੍ਰਾਪਤ ਕਰਕੇ ਗੁਰੂ ਸਾਹਿਬ ਜੀ ਅਤੇ ਜਿਹੜਾ ਹੈ ਬਾਬਾ ਮਹਿਤਾ ਕਾਲੂ ਜੀ ਸਾਰੇ ਪਰਿਵਾਰ ਨੂੰ ਵਧਾਈਆਂ ਦਿੰਦੇ ਨੇ, ਅਸੀਸਾਂ ਦਿੰਦੇ ਹਨ। नर नारी बहु देत बधाई दर पर पीर परी अधिकाई। ਸਾਰੇ ਨਰ ਨਾਰੀਆਂ ਬਹੁਤ ਵਧਾਈਆਂ ਦੇ ਰਹੀਆਂ ਨੇ। ਦਰਵਾਜ਼ੇ ਉੱਤੇ ਜਿਹੜਾ ਬਹੁਤ ਵੱਡੀ ਤਾਦਾਦ ਦੇ ਵਿੱਚ ਭੀੜ ਲੱਗੀ ਹੋਈ ਹੈ। देनो उचित लखियो जो जैसा देत पयो कालू तिन तैसा। ਜਿਹੜਾ ਕੋਈ ਜੋ ਕੁਝ ਵੀ ਮੰਗਦਾ ਹੈ ਨਾ ਖੁੱਲੇ ਦਿਲ ਦੇ ਨਾਲ, ਬਾਬਾ ਮਹਿਤਾ ਕਾਲੂ ਜੀ ਹਰ ਕਿਸੇ ਨੂੰ ਉਹ ਸ਼ੈ ਦੇ ਰਹੇ ਨੇ, ਸਾਰਿਆਂ ਨੂੰ ਖੁਸ਼ ਕਰਕੇ ਭੇਜ ਰਹੇ ਹਨ। दोहरा कालू तब सब विद करी जो बेदी कुल रीत। नर नारी कीरत करत पुर में परम पुनीत। ਬਾਬਾ ਮਹਿਤਾ ਕਾਲੂ ਜੀ ਨੇ ਉਹ ਸਭ ਕੁਝ ਉਸੇ ਵਿਧੀ ਅਨੁਸਾਰ ਕੀਤਾ ਹੈ ਜੋ ਵੇਦੀ ਕੁਲ ਦੀ ਰੀਤ ਸੀ। ਤੇ ਕਵੀ ਜੀ ਕਹਿੰਦੇ ਨਗਰ ਵਿੱਚ ਸਾਰੇ ਮਨੁੱਖ ਤੇ ਇਸਤਰੀਆਂ ਉਹਨਾਂ ਦੀ ਪਰਮ ਪਵਿੱਤਰ ਕੀਰਤੀ ਜਿਹੜੀ ਹੈ ਨਾ ਉਹ ਗਾ ਰਹੇ ਹਨ। चौपई बहुत नाड के सुत जन माही अस उत्सव कीनो किस नाही। ਸਾਰੇ ਇਹ ਕਹਿ ਰਹੇ ਨੇ ਕਿ ਵੱਡੇ ਵੱਡੇ ਧਨਾਡਾਂ ਤੇ ਅਮੀਰਾਂ ਦੇ ਘਰ ਪੁੱਤਰ ਹੋਏ ਨੇ, ਪਰ ਅਜਿਹਾ ਵਿਲੱਖਣ ਜਿਹੜਾ ਹੈ ਨਾ ਜੋ ਇੱਥੇ ਪ੍ਰੋਗਰਾਮ ਸਮਾਗਮ ਉਤਸਵ ਹੋਇਆ ਹੈ ਨਾ ਉਹ ਹਾਲੇ ਤੱਕ ਕਿਸੇ ਘਰੇ ਨਹੀਂ ਹੋਇਆ। कहे परस्पर मिल नर नारी जन्म्यो सुत को कर्म उजारी। ਸਾਰੇ ਮਨੁੱਖ ਤੇ ਇਸਤਰੀਆਂ ਮਿਲ ਕੇ ਇਹੋ ਹੀ ਕਹਿ ਰਹੇ ਨੇ ਕਿ ਬਾਬਾ ਮਹਿਤਾ ਕਾਲੂ ਜੀ ਦੇ ਘਰ ਕਿਸੇ ਜਿਹੜਾ ਹੈ ਉਜਲੇ ਤੇ ਉੱਤਮ ਭਾਗਾਂ ਵਾਲੇ ਵੱਡੇ ਭਾਗਾਂ ਵਾਲੇ ਪੁੱਤਰ ਨੇ ਜਨਮ ਲਿਆ ਹੈ। खष्टी कीन फले कुल चाली पाए सूप में बरखत साली। ਬਾਲਕ ਗੁਰੂ ਜੀ ਭਾਵ ਇੱਥੇ ਕਹਿਣ ਤੋਂ ਹੈ ਕਿ ਕਵੀ ਸੰਤੋਖ ਸਿੰਘ ਜੀ ਕਹਿੰਦੇ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਦੋਂ 6 ਦਿਨਾਂ ਦੇ ਹੋ ਗਏ ਨੇ ਤੇ 6 ਦਿਨਾਂ ਦੀ ਵੀ ਰਸਮ ਜਿਹੜਾ ਹੈ ਉੱਥੇ ਕੀਤੀ ਗਈ। अष्ट जोगनी की त्रयोदश दयो से संख्या कीने कालू सुध दीनी। 13 ਦਿਨ ਹੋਏ ਨੇ ਤੇ ਜਾਣ ਕੇ ਕਿ ਹਾਂ ਹੁਣ ਅਸਲ ਦੇ ਵਿੱਚ ਮਾਤਾ ਜਿਹੜੀ ਹੈ ਚੱਲਣ ਫਿਰਨ ਦੇ ਯੋਗ ਹੋ ਗਈ ਹੈ, ਕਿਉਂਕਿ ਰਹਿਤ ਮਰਿਆਦਾ ਦੇ ਵਿੱਚ ਇੱਕ ਗੱਲ ਲਿਖੀ ਹੋਈ ਹੈ। ਕਿਉਂਕਿ ਸਾਡੇ ਹੁਣ ਜੋ ਮਾਲਕ ਨੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤੇ ਨੇ ਨਾ ਤੇ ਉਹਨਾਂ ਉਪਦੇਸ਼ਾਂ ਰਾਹੀਂ ਇਹ ਗੱਲ ਜਿਹੜਾ ਹੈ, ਕਿਉਂਕਿ ਇੱਥੇ ਮੈਂ ਕੱਲ ਵੀ ਇਹ ਬੇਨਤੀ ਕੀਤੀ ਸੀ ਕਿ ਜੋ ਉਸ ਸਮੇਂ ਜਿਹੜਾ ਹੈ ਕੁਲ ਦੀ ਰੀਤ ਹੈ ਉਸ ਮੁਤਾਬਕ ਸਭ ਕੁਝ ਕੀਤਾ ਜਾ ਰਿਹਾ ਹੈ ਤੇ ਕੁਲ ਦੀ ਰੀਤ ਮੁਤਾਬਕ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਜਨੇਊ ਪਹਿਨਾਉਣ ਦਾ ਯਤਨ ਕੀਤਾ ਜਾਵੇਗਾ। ਪਰ ਗੁਰੂ ਸਾਹਿਬ ਜੀ ਨੇ ਉੱਥੇ ਹੱਥ ਫੜਨਾ ਹੈ ਫਿਰ ਪੰਡਤ ਦਾ ਕਿ ਨਹੀਂ ਮੈਂ ਪਹਿਨ ਸਕਦਾ। ਤੇ ਇਸ ਲਈ ਜਿਹੜਾ ਹੈ ਜੋ ਤੁਸੀਂ ਸਰਵਣ ਕਰ ਰਹੇ ਹੋ ਬਾਲ ਅਵਸਥਾ ਵਿੱਚ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ, ਪਰ ਹੁਣ ਦਾ ਜੋ ਸਾਡੀ ਮਰਿਆਦਾ ਹੈ ਗੁਰੂ ਘਰ ਦੀ ਰਹਿਤ ਮਰਿਆਦਾ ਵਿੱਚ ਇਹ ਬਕਾਇਦਾ ਲਿਖਿਆ ਹੋਇਆ ਹੈ ਕਿ ਕੋਈ ਵੀ ਦਿਨ ਜਿਹੜਾ ਹੈ ਅਸੀਂ ਜੇ ਬੱਚਾ ਜਨਮਿਆ ਹੈ ਇਹ ਨਹੀਂ ਕਿ ਅਸੀਂ ਜਿਹੜਾ ਹੈ 13ਵੇਂ ਦਿਨ ਆਉਣਾ ਹੈ ਜਾਂ 21ਵੇਂ ਦਿਨ ਆਉਣਾ ਹੈ ਜਾਂ 40ਵੇਂ ਦਿਨ ਆਉਣਾ ਹੈ, ਨਹੀਂ। ਉੱਥੇ ਇਹ ਗੱਲ ਲਿਖੀ ਹੋਈ ਹੈ ਕਿ ਮਾਤਾ ਜਦੋਂ ਚੱਲਣ ਦੇ ਯੋਗ ਹੋ ਜਾਵੇ, ਚੱਲਣ ਫਿਰਨ ਦੇ ਯੋਗ ਹੋ ਜਾਵੇ
ਉਹ ਭਾਵੇਂ ਹਫ਼ਤੇ 'ਚ ਹੋ ਜਾਵੇ, ਭਾਵੇਂ 10 ਦਿਨਾਂ 'ਚ ਹੋ ਜਾਵੇ ਅਤੇ ਭਾਵੇਂ 2 ਦਿਨਾਂ 'ਚ ਹੋ ਜਾਵੇ, ਉਹ ਮਾਤਾ 'ਤੇ ਡਿਪੈਂਡ ਕਰਦਾ ਹੈ। ਅਤੇ ਜਦੋਂ ਉਹ ਚੱਲਣ ਫਿਰਨ ਦੇ ਯੋਗ ਹੋ ਜਾਵੇ, ਉਦਣ ਤੁਸੀਂ ਗੁਰੂ ਘਰ ਆ ਕੇ ਕੜਾਹ ਪ੍ਰਸ਼ਾਦ ਦੀ ਦੇਗ ਕਰਵਾ ਕੇ ਅਤੇ ਫਿਰ ਬੱਚੇ ਦੀ ਜਿਹੜਾ ਹੈ ਨਾ ਅਰਦਾਸ ਬੇਨਤੀ ਕੀਤੀ ਜਾਏਗੀ। ਉਸ ਤੋਂ ਬਾਅਦ ਸਤਿਗੁਰੂ ਜੀ ਦਾ ਪਾਵਨ ਮੁਖ ਵਾਕ ਜਿਹਦਾ ਪਹਿਲਾ ਅੱਖਰ ਜੋ ਹੋਏਗਾ ਉਸ ਮੁਤਾਬਕ ਫਿਰ ਬੱਚੇ ਦਾ ਨਾਮ ਰੱਖਿਆ ਜਾਏਗਾ। ਸੋ ਇੱਥੇ ਜੋ ਰੀਤ ਮੁਤਾਬਕ ਹੈ, ਕਵੀ ਜੀ ਕਹਿੰਦੇ 13 ਦਿਨ ਹੋਏ ਨੇ ਅਤੇ ਹੁਣ ਜਿਹੜਾ ਹੈ ਪੰਡਿਤ ਜੀ ਆਏ ਨੇ, ਆਇਓ ਦਿਜ ਕਾਲੂ ਸੁਧ ਦੀਨੀ। ਬਾਬਾ ਮਹਿਤਾ ਕਾਲੂ ਜੀ ਦੇ ਗ੍ਰਹਿ ਵਿਖੇ ਪੰਡਿਤ ਹਰਦਿਆਲ ਜੀ ਆਏ ਹਨ। सिस को नानक नाम तरी जय, इसकी सरबर को न जनी जय। ਪੰਡਿਤ ਜੀ ਇਹ ਕਹਿਣ ਲੱਗੇ ਕਿ ਆਪਣੇ ਬਾਲਕ ਦਾ ਨਾਮ ਜਿਹੜਾ ਹੈ ਨਾ ਨਾਨਕ ਰੱਖੋ, ਨਾਨਕ। ਇਸकी ਸਰਬਸ ਕੋ ਨਾ ਜਨੀਜੈ, ਇਸ ਦੇ ਬਰਾਬਰ ਹੋਰ ਕੋਈ ਨਾਮ ਨਾ ਜਾਣਿਓ। ਤੁਹਾਡੇ ਮਨ ਦੇ ਵਿੱਚ ਹੁਣ ਕੋਈ ਸ਼ੰਕਾ ਨਹੀਂ ਆਉਣਾ ਚਾਹੀਦਾ ਕਿ ਅਸਲ ਦੇ ਵਿੱਚ ਆਮ ਤੌਰ 'ਤੇ ਅਸੀਂ ਵੀ ਇਹ ਗੱਲਾਂ ਕਹਿ ਦਿੰਦੇ ਹਾਂ ਜਦੋਂ ਕੋਈ ਨਾ ਅੱਖਰ ਪਸੰਦ ਆਵੇ ਕਿ ਭਾਈ ਸਾਹਿਬ ਜੀ ਦੂਸਰਾ ਹੁਕਮ ਨਹੀਂ ਲਿਆ ਜਾ ਸਕਦਾ, ਜਾਂ ਜਿਹੜਾ ਹੈ ਫਿਰ ਤੋਂ ਅਸੀਂ ਨਾਮ ਨਹੀਂ ਰੱਖ ਸਕਦੇ। ਇਹ ਆਮ ਤੌਰ 'ਤੇ ਜਿਹੜਾ ਹੈ ਸਾਡੇ ਨਾਲ ਵਾਪਰਦਾ ਹੈ, ਪਰ ਜੋ ਮਾਲਕ ਨੇ ਬਖਸ਼ਿਸ਼ ਕਰ ਦਿੱਤਾ ਹੈ ਉਹੀ ਸਤ ਕਰਕੇ ਮੰਨਣਾ ਚਾਹੀਦਾ ਹੈ। ਹੁਣ ਇੱਥੇ ਬਾਬਾ ਮਹਿਤਾ ਕਾਲੂ ਜੀ ਵੀ ਟੰਕਣ ਕਰਨਗੇ। ਕਵੀ ਜੀ ਕਹਿੰਦੇ ਪੰਡਿਤ ਜੀ ਨੇ ਜਦੋਂ ਇਹ ਗੱਲ ਕਹੀ ਹੈ ਕਿ ਆਪਣੇ ਬੱਚੇ ਦਾ ਨਾਮ ਨਾਨਕ ਰੱਖੋ, ਇਹ ਤੋਂ ਉੱਪਰ ਹੋਰ ਕੋਈ ਨਾਮ ਨਹੀਂ ਹੈ। पंडित कह सुपवायो चोला, तब कालू मुख ते बच बोला। ਇਸ ਪ੍ਰਕਾਰ ਜਦੋਂ ਪੰਡਿਤ ਜੀ ਨੇ ਆਖਿਆ ਕਿ ਚੋਲਾ ਪਾਓ, ਹੁਣ ਕੱਪੜੇ ਪਵਾਓ ਬੱਚੇ ਨੂੰ, ਤੇ ਬਾਬਾ ਮਹਿਤਾ ਕਾਲੂ ਜੀ ਨੇ ਫਿਰ ਬਚਨ ਕੀਤੇ ਹਨ। रल मिल नाम सुतुर कन हिंदू, नह राखव एह नाम दिजिंदू। ਪੰਡਿਤ ਹਰਦਿਆਲ ਜੀ ਕੁਝ ਸਮਝ ਨਹੀਂ ਆਈ ਕਿ ਨਾਨਕ ਜਿਹੜਾ ਨਾਮ ਹੈ ਨਾ, ਇਹ ਅਸਲ ਦੇ ਵਿੱਚ ਸਾਡੀ ਕੁਲ ਦੇ ਵਿੱਚ ਫਿੱਟ ਨਹੀਂ ਪੈਂਦਾ। ਕਹਿਣ ਤੋਂ ਭਾਵ ਇਹ ਹੈ ਕਿ ਇਹਦੇ ਵਿੱਚ ਮੰਨ ਲਓ ਕਿ ਝਲਕ ਜਿਹੜੀ ਹੈ ਨਾ ਹਿੰਦੂ ਅਤੇ ਮੁਸਲਮਾਨ ਦੋਨਾਂ ਦੀ ਪੈਂਦੀ ਹੈ ਜਦੋਂ ਅਰਥ ਕਰੋਗੇ। ਅਤੇ ਜਦੋਂ ਅਸਲ ਦੇ ਵਿੱਚ ਅਰਥ ਕਰਾਂਗੇ ਤਾਂ ਇੱਥੇ ਜਿਹੜਾ ਹੈ ਰਲ ਮਿਲ ਨਾਮ ਸੁਤੁਰਕਨ ਹਿੰਦੂ, ਤੁਰਕ ਵੀ ਜਿਹੜਾ ਹੈ ਇਸ ਨਾਮ ਨੂੰ ਰੱਖ ਸਕਦੇ ਨੇ, ਭਾਵ ਮੁਸਲਮਾਨ ਵੀਰ ਵੀ ਇਸ ਨਾਮ ਨੂੰ ਰੱਖ ਸਕਦੇ ਨੇ ਅਤੇ ਹਿੰਦੂ ਵੀਰ ਵੀ ਰੱਖ ਸਕਦੇ ਨੇ। ਅਤੇ ਇਸ ਲਈ ਜਿਹੜਾ ਹੈ ਨਹਿ ਰਾਖਵ ਇਹ ਨਾਮ ਦਿਜਿੰਦੂ, ਦਿਜਿੰਦੂ ਦਾ ਅਰਥ ਹੈ ਹੇ ਸਤਿਕਾਰਯੋਗ ਪੰਡਿਤ ਜੀ, ਮੈਂ ਆਪਣੇ ਬੱਚੇ ਦਾ ਨਾਮ ਨਾਨਕ ਨਹੀਂ ਰੱਖ ਸਕਦਾ, ਕਿਉਂਕਿ ਇਹਨੂੰ ਜਿਹੜਾ ਹੈ ਦੋਵੇਂ ਮਤ ਰੱਖ ਸਕਦੇ ਹਨ। अवर नाम को सोध तरी जय, हृदय शुभाशुभ पेव लखी जय। ਇਸ ਕਰਕੇ ਬੇਨਤੀ ਹੈ ਤੁਹਾਡੇ ਅੱਗੇ ਕਿ ਕੋਈ ਹੋਰ ਨਾਮ ਜਿਹੜਾ ਹੈ ਨਾ ਸੋਧ ਕੇ ਰੱਖੋ। ਤੁਸੀਂ ਹਿਰਦੇ ਵਿੱਚ ਚੰਗਾ ਮਾੜਾ ਵਿਚਾਰ ਲਓ ਤੁਸੀਂ, ਤੇ ਜਿਸ ਪ੍ਰਕਾਰ ਹੋਵੇ ਸਾਨੂੰ ਦੱਸਣਾ ਕਰੋ। जो खत्री के कुल फल लागे, तरो नाम अस विप्र सुभागे। ਜਿਹੜਾ ਸਾਡੀ ਕੁਲ ਵਿੱਚ ਭਲਾ ਲੱਗੇ ਉਹ ਤੁਸੀਂ ਨਾਮ ਦੱਸੋ। ਕੋਈ ਢੁਕਵਾਂ ਜਿਹਾ ਹੋਵੇ, ਅਨੁਕੂਲ ਹੋਵੇ, ਉਹ ਨਾਮ ਨਾ ਸਾਨੂੰ ਦੱਸਣਾ ਕਰੋ। दोहरा पूरब राखे नाम जे, पछ हिंदुअन जोए। सो तुम हृदय विचार के, कहो न तर के कोय। ਅਸਲ ਦੇ ਵਿੱਚ ਜਿਹੜਾ ਹੈ ਜੋ ਜਿਸ ਪ੍ਰਕਾਰ ਕੁਲ ਮੁਤਾਬਕ ਨਾਮ ਰੱਖੇ ਜਾਂਦੇ ਨੇ ਨਾ ਪੰਡਤ ਜੀ, ਉਹ ਦੱਸਣਾ ਕਰੋ ਤੁਸੀਂ। ਅਜਿਹਾ ਨਾਮ ਹਿਰਦੇ ਵਿੱਚ ਵਿਚਾਰ ਕੇ ਕਿਸੇ ਤਰਕ ਤੋਂ ਬਗੈਰ ਕਹੋ, ਜਿਹਦੇ ਵਿੱਚ ਜਿਹੜਾ ਹੈ ਮਨ ਨੂੰ ਕੀ ਝਲਕ ਜਿਹੜੀ ਹੈ ਸਾਡੀ ਕੁਲ ਦੀ ਪਵੇ, ਨਾ ਕਿ ਅਸੀਂ ਜਿਹੜਾ ਹੈ ਹੋਰ ਕੋਈ ਮਤ ਇਸ ਨਾਮ ਨੂੰ ਰੱਖ ਸਕੇ। ਇਸ ਪ੍ਰਕਾਰ ਦੇ ਬਚਨ ਵਿਲਾਸ ਜਿਹੜੇ ਨੇ ਬਾਬਾ ਮਹਿਤਾ ਕਾਲੂ ਜੀ ਪੰਡਿਤ ਹਰਦਿਆਲ ਨਾਲ ਕਰਦੇ ਹਨ। चौपई सुनियो शोन दिज बचन उचारा, यह तुम रो सुत वडे अवतारा। ਪੰਡਿਤ ਜੀ ਕਹਿੰਦੇ ਬਾਬਾ ਕਾਲੂ ਜੀ ਇਹ ਗੱਲ ਜਿਹੜਾ ਧਿਆਨ ਦੇ ਨਾਲ ਸੁਣੋ, ਇਹ ਮੇਰੀ ਗੱਲ ਜਿਹੜੀ ਹੈ ਨਾ ਬੜੇ ਧਿਆਨ ਨਾਲ ਸੁਣਨਾ ਕਰੋ। ਇਹ ਤੁਹਾਡਾ ਪੁੱਤਰ, ਮੈਂ ਬਾਰ-ਬਾਰ ਕਹਿ ਰਿਹਾ, ਕੋਈ ਆਮ ਬਾਲਕ ਨਹੀਂ ਹੈ, ਇਹ ਅਵਤਾਰੀ ਪੁਰਖ ਹੈ।
राम किशन अवतार जुहर का पूजत हिंद न माने तुर का। ਅਸਲ ਦੇ ਵਿੱਚ ਜਿਵੇਂ ਰਾਮਚੰਦਰ ਜੀ ਹੋਏ ਨੇ ਤੇ ਅਸਲ ਦੇ ਵਿੱਚ ਜਿਵੇਂ ਜਿਹੜਾ ਹੈ ਕ੍ਰਿਸ਼ਨ ਜੀ ਹੋਏ ਨੇ, ਅਵਤਾਰੀ ਪੁਰਖ ਹੋਏ ਨੇ, ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਉਹਨਾਂ ਨੂੰ ਕੇਵਲ ਹਿੰਦੂ ਪੂਜਦੇ ਨੇ, ਮੁਸਲਮਾਨ ਨਹੀਂ ਪੂਜਦਾ। ਪੰਡਿਤ ਖੁਦ ਕਹਿ ਰਿਹਾ ਹੈਗਾ ਕਿ ਰਾਮਚੰਦਰ ਜੀ ਕ੍ਰਿਸ਼ਨ ਜੀ ਹੋਏ ਨੇ, ਉਹਨਾਂ ਨੂੰ ਕੇਵਲ ਤਾਂ ਕੇਵਲ ਹਿੰਦੂ ਪੂਜਦੇ ਨੇ, ਮੁਸਲਮਾਨ ਨਹੀਂ ਪੂਜਦੇ। एसिस को मानेंगे दो हिंद तुरक सिख होए सबको। ਪਰ ਤੁਹਾਡੇ ਬੱਚੇ ਨੂੰ ਹਿੰਦੂ ਵੀ ਮੰਨਣਗੇ ਤੇ ਮੁਸਲਮਾਨ ਵੀ ਮੰਨਣਗੇ, ਇਹ ਗੁਰਪੀਰ ਹੋਵੇਗਾ। ਤੇ ਅਸਲ ਦੇ ਵਿੱਚ ਕਵੀ ਜੀ ਕਹਿੰਦੇ, ਪੰਡਿਤ ਜੀ ਕਹਿ ਰਹੇ ਨੇ, ਸਮਝਾ ਰਹੇ ਨੇ, ਇਸ ਬਾਲਕ ਨੂੰ ਹਿੰਦੂ ਤੇ ਮੁਸਲਮਾਨ ਦੋਨੋਂ ਪੂਜਣਗੇ। ਆਪਾਂ ਭਾਵ ਜਿਹੜਾ ਹੈ ਆਪਣਾ ਉਹ ਗੁਰੂ ਪੀਰ ਮੰਨਣਗੇ। इसके चरण पोत की न्याय पार परे परमारथ पाई। ਪੰਡਿਤ ਜੀ ਕਹਿਣ ਲੱਗੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੋ ਚਰਨ ਨੇ ਨਾ, ਜਹਾਜ਼ ਦੇ ਸਮਾਨ ਨੇ। ਤੇ ਜਿਵੇਂ ਸਮੁੰਦਰ ਪਾਰ ਲੰਘਣਾ ਹੋਵੇ, ਬੇੜੀ ਜਾਂ ਫਿਰ ਜਹਾਜ਼ ਦੇ ਰਾਹੀਂ ਜਿਹੜਾ ਪਾਰ ਕੀਤਾ ਜਾਂਦਾ ਹੈ ਉਹਨੂੰ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਅਸਲ ਦੇ ਵਿੱਚ ਜਿਹੜਾ ਹੈ ਜੋ ਵੀ ਪੂਜੇਗਾ, ਮਾਲਕ ਦੇ ਚਰਨ ਜਹਾਜ਼ ਵਰਗੇ ਨੇ। ਤੇ ਜਿਹੜਾ ਮਨੁੱਖ ਵੀ ਗੁਰੂ ਦੇ ਚਰਨਾਂ ਨਾਲ ਲੱਗੇਗਾ ਉਹ ਫਿਰ ਭਵ ਸਾਗਰ ਤੋਂ ਪਾਰ ਹੋ ਜਾਏਗਾ, ਮੁਕਤੀ ਦੀ ਪ੍ਰਾਪਤੀ ਹੋਏਗੀ। ਕਿਉਂਕਿ ਗੁਰ ਜਹਾਜ਼ ਖੇਵਟ ਗੁਰੂ, ਗੁਰ ਬਿਨ ਤਰਿਆ ਨਾ ਕੋਈ। ਪੰਡਿਤ ਜੀ ਕਹਿੰਦੇ, ਇਸ ਕਰਕੇ ਸਾਡੀ ਗੱਲ ਮੰਨਣਾ ਕਰੋ। संगत करें तरे भव सागर सकल जगत में होए उजागर। ਜਿਹੜਾ ਵੀ ਸੰਗਤ ਕਰੇਗਾ ਨਾ ਗੁਰੂ ਨਾਨਕ ਪਾਤਸ਼ਾਹ ਜੀ ਦੀ, ਗੁਰੂ ਚਰਨਾਂ ਵਿੱਚ ਆ ਕੇ ਭਵ ਸਾਗਰ ਨੂੰ ਤਰ ਜਾਵੇਗਾ ਉਹ, ਤੇ ਉਹਦਾ ਨਾਮ ਨਾ ਸਾਰੇ ਸੰਸਾਰ ਵਿੱਚ ਪ੍ਰਗਟ ਹੋਏਗਾ। ਜੋ ਗੁਰੂ ਗੁਰੂ ਕਹੇਗਾ, ਗੁਰੂ ਦੀ ਮੰਨੇਗਾ, ਉਹ ਫਿਰ ਸਮੁੱਚੇ ਬ੍ਰਹਿਮੰਡ ਸੰਸਾਰ ਦੇ ਅੰਦਰ ਜਾਣਿਆ ਜਾਵੇਗਾ। बहुत नरन को करें उदारा नाम भगत दे दाने उदारा। ਬਾਬਾ ਮਹਿਤਾ ਕਾਲੂ ਜੀ ਬਹੁਤੇ ਮਨੁੱਖਾਂ ਦਾ ਉਧਾਰ ਤੁਹਾਡਾ ਬੱਚਾ ਕਰੇਗਾ, ਤੇ ਇਸ ਲਈ ਜਿਹੜਾ ਹੈ ਭਗਤਾਂ ਨੂੰ ਨਾਮਦਾਨ ਦੀ ਬਖਸ਼ਿਸ਼ ਬੜੀ ਉਦਾਰਤਾ ਨਾਲ ਦੇਵੇਗਾ, ਖੁੱਲ੍ਹੇ ਦਿਲ ਨਾਲ। ਤੇ ਇਸ ਲਈ ਜਿਹੜਾ ਹੈ ਜੋ ਅਸੀਂ ਕਹਿ ਰਹੇ ਹਾਂ ਉਹ 'ਤੇ ਅਮਲ ਕਰਨਾ ਕਰੋ। दोहरा बन तृण भूम आकाश में होए अधिक परताप। परम पुरातन पुरख पर मानव करें जाप। ਜਿਨ੍ਹਾਂ ਦਾ ਜੰਗਲਾਂ ਵਿੱਚ, ਜੜੀਆਂ ਬੂਟੀਆਂ ਦੇ ਵਿੱਚ, ਭੂਮੀ ਆਕਾਸ਼ ਵਿੱਚ, ਹਰ ਪਾਸੇ ਚਾਰਾਂ ਦਿਸ਼ਾਵਾਂ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਤਾਪ ਹੋਵੇਗਾ। ਇਹ ਬਹੁਤ ਵੱਡੇ, ਮਾਨੋ ਕਿ ਜਿਹੜਾ ਹੈ ਪਰਮ ਪੁਰਖ ਜਾਤ ਪਾਤ ਤੋਂ ਉੱਪਰ ਹੋਣਗੇ, ਹਰ ਕੋਈ ਇਹਨਾਂ ਨੂੰ ਜਪੇਗਾ। चौपई गोगिर सागर मार्ग देई निस्बासुर आइस में से। ਪ੍ਰਿਥਵੀ ਕੀ, ਪਹਾੜ ਕੀ, ਕਵੀ ਜੀ ਕਹਿੰਦੇ ਮਾਰਗ ਦੇਈ, ਸਾਗਰ ਕੀ, ਇਹਨਾਂ ਨੂੰ ਸਾਰੇ ਰਾਹ ਦੇਣਗੇ। ਇਹਨਾਂ ਦੇ ਅੱਗੇ ਕੋਈ ਨਹੀਂ ਰੁਕ ਪਾਏਗਾ। ਤੇ ਗੱਲ ਸੱਚੀ ਹੈ। ਅੱਗੇ ਅੱਗੇ ਵਿਚਾਰ ਕਰਾਂਗੇ ਨਾ, ਅੱਜ ਵੀ ਤੁਸੀਂ ਦਰਸ਼ਨ ਕਰੋਗੇ ਨਾ ਨਾਨਕ ਮਤਾ ਸਾਹਿਬ ਜਾ ਕੇ, ਉੱਥੇ ਉਹ ਖੂਹ ਜਿਹੜਾ ਹੈ ਨਾ, ਜੋ ਦਰਿਆ ਦੇ ਵਿੱਚ ਹੈ, ਉਹ ਇਸ ਗੱਲ ਦਾ ਕਹਿ ਲਓ ਕਿ ਲਖਾਇਕ ਹੈ, ਹਾਮੀ ਭਰਦਾ ਹੈ। ਉਹ ਤੇ ਗੱਲ ਵੱਖਰੀ ਹੈ ਕਿ ਬਾਬਾ ਮਰਦਾਨਾ ਜੀ ਦੇ ਅੰਦਰ ਆ ਗਿਆ ਸੀ, ਅਸੀਂ ਕਿੱਥੇ ਕਾ ਗਏ ਹਾਂ। ਜਦੋਂ ਭੌਂ ਕੇ ਵੇਖਿਆ ਹੈ, ਉਦੋਂ ਜਿਹੜਾ ਹੈ ਗੁਰੂ ਸਾਹਿਬ ਜੀ ਕਹਿੰਦੇ ਤੁਰਿਆ ਪਿੱਛੇ ਪਿੱਛੇ, ਕੋਈ ਗੱਲ ਨਹੀਂ, ਤੇ ਉੱਤੇ ਉੱਤੇ ਤੁਰੀ ਜਾ ਰਹੇ ਨੇ। ਤੇ ਹੈਰਾਨੀ ਦੀ ਗੱਲ ਅੱਜ ਵੀ ਤੁਸੀਂ ਜਿਹੜਾ ਦੇਖੋਗੇ ਨਾ, ਜਿੱਥੇ ਭੌਂ ਕੇ ਦੇਖਿਆ ਹੈ ਉੱਥੇ ਜਿਹੜਾ ਹੈ ਆਸੇ ਪਾਸੇ ਪਾਣੀ ਹੈ ਸਾਰਾ। ਉਹ ਖੂਹ ਦੇ ਵਿੱਚ ਪਾਣੀ ਹੈ ਹੀ ਨਹੀਂ, ਬਹੁਤ ਥੋੜ੍ਹਾ ਹੈ, ਭਰਦਾ ਨਹੀਂ ਉਹ ਖੂਹ। ਉਹ ਖੂਹ ਜਿਹੜਾ ਹੈ ਨਾ ਉਹ ਭਰਦਾ ਨਹੀਂ ਹੈ, ਆਸੇ ਪਾਸੇ ਪਾਣੀ ਜ਼ਰੂਰ ਹੈ, ਭਰਿਆ ਹੋਇਆ ਦਰਿਆ। ਤੇ ਗੁਰੂ ਨਾਨਕ ਸਾਹਿਬ ਜੀ ਦੀ ਇਹ ਕਰਾਮਾਤ ਹੈ, ਕਲਾ ਹੈ, ਸਰਬ ਸ਼ਕਤੀਮਾਨ ਨੇ ਉਹ। ਤੇ ਇੱਥੇ ਪੰਡਿਤ ਜੀ ਕਹਿੰਦੇ ਨੇ ਕਿ ਅਸਲ ਦੇ ਵਿੱਚ ਹਰ ਕੋਈ ਇਹਨਾਂ ਨੂੰ ਮਾਰਗ ਦੇਗਾ, ਰਸਤਾ ਦੇਗਾ, ਕੋਈ ਰੁਕਾਵਟ ਨਹੀਂ ਬਣੇਗਾ ਇਹਨਾਂ ਦੇ ਰਸਤੇ ਦੀ।
ਨਿਸ ਬਾਸੁਰ ਆਇਸ ਮਹਿ ਸਈ। ਰਾਤ ਦਿਨ ਇਹਨਾਂ ਦੀ ਆਗਿਆ ਵਿੱਚ ਚੱਲਣਗੇ। ਰਾਤ ਕੀ ਦਿਨ ਕੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਆਗਿਆ ਵਿੱਚ ਚੱਲਣਗੇ। ਕਰ ਵਿਚਾਰ ਉਰ ਨਾਨਕ ਨਾਮਾ, ਜਾਂ ਤੇ ਮੈਂ ਰਾਖਿਓ ਅਬਿਰਾਮਾ। ਤੁਸੀਂ ਹਿਰਦੇ ਵਿੱਚ ਨਾਨਕ ਨਾਮ ਤੇ ਵਿਚਾਰ ਕਰਕੇ ਤਾਂ ਵੇਖੋ। ਇਸ ਕਰਕੇ ਮੈਂ ਇਹਨਾਂ ਦਾ ਸੁੰਦਰ ਨਾਮ ਇਹ ਰੱਖਿਆ ਹੈ, ਬਹੁਤ ਸੋਚ ਕੇ ਵਿਚਾਰ ਕੇ। ਹਿੰਦੂ ਤੁਰਕ ਜਪੈਂਗੇ ਦੋ, ਸमिल ਨਾਮ ਇਹ ਜਾਨੋ ਸੋ। ਇਹਨਾਂ ਦਾ ਨਾਮ ਜਿਹੜਾ ਹੈ ਨਾ, ਹਿੰਦੂ ਕੀ ਤੁਰਕ ਭਾਵ ਜਿਹੜਾ ਹੈ ਮੁਸਲਮਾਨ ਵੀਰ ਵੀ ਜਪਣਗੇ। ਹਰ ਕੋਈ ਜਿਹੜਾ ਹੈ ਇਹਨਾਂ ਦਾ ਨਾਮ ਨਾ ਜਪੇਗਾ। ਸमिल ਨਾਮ ਇਹ ਜਾਨੋ ਸੋ। ਇਸ ਨੂੰ ਤੁਸੀਂ ਜਿਹੜਾ ਹੈ ਨਾ ਬੀਜ ਨਾਮ ਸਮਝੋ। ਭਵ ਪਤਰੀ ਮੈਂ ਇਹ ਸ਼ੁਭ ਬਾਤਾ, ਜੋ ਹੇਰੀ ਸੋ ਪਾਖੀ ਖਿਆਤਾ। ਇਸ ਪ੍ਰਕਾਰ ਜਨਮ ਪੱਤਰੀ ਵਿੱਚ ਲਿਖੀਆਂ ਇਹ ਸ਼ੁਭ ਗੱਲਾਂ ਜਿਹੜਾ ਵੇਖੇਗਾ ਜਾਂ ਕਹੇਗਾ, ਉਹਨਾਂ ਨੂੰ ਫਿਰ ਗਿਆਨ ਦਾ ਅਸਲ ਦੇ ਵਿੱਚ ਜਿਹੜਾ ਹੈ ਨਾ, ਉਹਨਾਂ ਦੇ ਅੰਦਰ ਗਿਆਨ ਦਾ ਸੋਮਾ ਫੁੱਟੇਗਾ। ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਵੇਖੇਗਾ, ਜਾਂ ਜੋ ਗੁਰੂ ਸਾਹਿਬ ਜੀ ਦੀ ਬਾਣੀ ਜਾਂ ਜਨਮ ਪੱਤਰੀ ਨੂੰ ਵਾਚੇਗਾ, ਪੜ੍ਹੇਗਾ, ਇਤਿਹਾਸ ਨੂੰ ਪੜ੍ਹੇਗਾ ਜਾਂ ਸੁਣੇਗਾ, ਤੇ ਕਵੀ ਜੀ ਇੱਥੇ ਕਹਿੰਦੇ ਨੇ ਉਸ ਨੂੰ ਫਿਰ ਗਿਆਨ ਪ੍ਰਗਟ ਹੋਵੇਗਾ। ਕਾਲੂ ਕੂਰ ਨ ਲਖੀਏ ਕੋ, ਕਹੀ ਸਾਚ ਨਿਸ਼ਚੈ ਹੋਏ ਸੋ। ਹੁਣ ਜਿਹੜਾ ਇੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਜੋ ਨਾਮ ਹੈ ਨਾਨਕ, ਉਹਦੀ ਵਿਆਖਿਆ ਕਵੀ ਜੀ ਹੁਣ ਜਿਹੜਾ ਹੈ ਕਰਨਗੇ, ਪੰਡਿਤ ਜੀ ਕਰਕੇ ਦੱਸਣਗੇ ਕਿ ਗੁਰੂ ਨਾਨਕ ਦਾ ਅਰਥ ਕੀ ਹੈ। ਕਾਲੂ ਕੂਰ ਨਾ ਲਖੀਏ ਕੋ, ਕੂਰ ਦਾ ਅਰਥ ਹੈ ਇੱਥੇ ਝੂਠ। ਬਾਬਾ ਮਹਿਤਾ ਕਾਲੂ ਜੀ ਸਾਡੀ ਗੱਲ ਝੂਠ ਨਾ ਸਮਝਿਓ। ਕਹੀ ਸਾਚ ਨਿਸ਼ਚੈ ਹੋਏ ਸੋ, ਜੋ ਮੈਂ ਕਹੀ ਹੈ ਨਾ ਗੱਲ ਉਹ ਸੱਚੀ ਹੋਵੇਗੀ। ਨਾਨਕ ਨਾਮ ਅਰਥ ਤੇ ਸੁਨੀਏ, ਪਰਮ ਬਰਨ ਬਰ ਉਰ ਮੈਂ ਗੁਨੀ। ਚਲੋ ਤੁਹਾਡੇ ਅੰਦਰ ਸ਼ੰਕਾ ਹੈ ਤੇ ਮੈਂ ਤੁਹਾਨੂੰ ਨਾਨਕ ਦਾ ਜਿਹੜਾ ਹੈ ਨਾ ਅਸਲ ਦੇ ਵਿੱਚ ਅਰਥ ਉਹ ਕਰਕੇ ਦੱਸਦਾ ਹਾਂ। ਆਪਣੇ ਹਿਰਦੇ ਵਿੱਚ ਤੁਸੀਂ ਜਿਹੜਾ ਹੈ ਤੁਸੀਂ ਵੀ ਵਿਚਾਰ ਕੇ ਦੇਖਿਓ। ਅਬਿਤ ਰਾਖ ਜੋ ਨਕਾਰ ਨ ਪੁਮਾਨ, ਆਬਿਦਾਨ ਜਾਨ ਤਾਹੂ ਲੈ ਆਕਾਰ ਲੈ ਅਨਕ ਪੁਨ ਤੀਨ ਹੈ। ਪਹਿਲਾ ਜੋ ਨੰਨਾ ਅੱਖਰ ਹੈ ਨਾ, ਉਸ ਦਾ ਅਰਥ ਹੈ ਪੁਰਖ। ਤੇ ਇਸ ਪਹਿਲੇ ਨੰਨੇ ਦੇ ਕੰਨੇ ਨੂੰ ਜਿਹੜਾ ਹੈ ਨਾ ਅਸਲ ਦੇ ਵਿੱਚ ਐੜਾ ਸਮਝੋ ਨਾ, ਇਹਨੂੰ ਐੜਾ ਸਮਝੋ, ਕਿਉਂਕਿ ਸਾਊਂਡ ਜਿਹੜਾ ਹੈ ਨਾ ਗੁਰਬਾਣੀ ਵਿਆਕਰਣ ਪੜ੍ਹੋਗੇ ਤੇ ਸਮਝ ਆਏਗੀ ਇਹਨਾਂ ਗੱਲਾਂ ਦੀ। ਜਦੋਂ ਤੁਸੀਂ ਨਾ ਪੜ੍ਹਦੇ ਜੋ ਨਾ ਐੜਾ ਸਾਊਂਡ, ਐੜੇ ਦੀ ਸਾਊਂਡ ਆਪਣੇ ਆਪ ਹੀ ਬਾਹਰ ਨਿਕਲਦੀ ਹੈ। ਤੇ ਇੱਥੇ ਪੰਡਤ ਜੀ ਕਹਿੰਦੇ ਪਹਿਲੇ ਨੰਨੇ ਨੂੰ ਜਿਹੜਾ ਹੈ ਨਾ ਇਹਦਾ ਅਰਥ ਹੈ ਪੁਰਖ, ਤੇ ਨੰਨੇ ਦੇ ਨਾਲ ਜੋ ਲੱਗਾ ਹੋਇਆ ਐੜਾ ਹੈ ਉਹ ਅਸਲ ਦੇ ਵਿੱਚ ਮੰਨੋ ਕਿ ਇੰਜ ਸਮਝੋ ਕਿ ਕਿਉਂਕਿ ਜਦੋਂ ਤੁਸੀਂ ਪੂਰਾ ਮਿਲਾ ਕੇ ਪੜ੍ਹੋਗੇ ਤੇ ਇੰਜ ਜਿਹੜਾ ਹੈ ਅਨਕ ਪਦ ਬਣ ਜਾਂਦਾ ਹੈ। ਅਨਕ ਪਿਛਲੇਰਾ ਅਨਕ ਬਣ ਜਾਂਦਾ ਹੈ, ਅਗਲੇਰਾ ਜਿਹੜਾ ਹੈ ਤੁਸੀਂ ਜਦੋਂ ਅਕ ਨੰਨਾ ਤੇ ਐੜਾ ਨਾ, ਫਿਰ ਜਿਹੜਾ ਹੈ ਤੀਸਰੇ ਦੋ ਅੱਖਰ ਬਣਦੇ ਨੇ, ਉਹ ਐੜੇ ਨੂੰ ਜਿਹੜਾ ਮਿਲਾ ਕੇ ਅਨਕ ਬਣ ਜਾਂਦਾ ਹੈ। ਤੇ ਇੱਥੇ ਪੰਡਤ ਜੀ ਕਹਿੰਦੇ ਇਸ ਪਦ ਵਿੱਚ ਆਏ ਹੋਏ ਦੂਸਰੇ ਨੰਨੇ ਦਾ ਜਿਹੜਾ ਦੂਜਾ ਐੜਾ ਹੈ ਨਾ, ਇਸ ਲਈ ਜਿਹੜਾ ਹੈ ਇਹਦਾ ਅਰਥ ਮੰਨੋ ਕਿ ਪਹਿਲੇ ਦਾ ਅਰਥ ਹੈ ਦੁੱਖ ਤੇ ਦੂਜੇ ਦਾ ਅਰਥ ਹੈ ਅਸਲ ਦੇ ਵਿੱਚ ਨਹੀਂ ਹੋਏਗਾ। ਨਾਨਕ ਦਾ ਅਰਥ ਸੰਪੂਰਨ ਇਹ ਹੈ ਕਿ ਜਿਸ ਪੁਰਖ ਨੂੰ ਕਦੇ ਦੁੱਖ ਪੋ ਹੀ ਨਹੀਂ ਸਕਦਾ, ਜਿਸ ਪੁਰਖ ਨੂੰ ਕਦੇ ਜਿਹੜਾ ਹੈ ਦੁੱਖ ਪੋ ਹੀ ਨਹੀਂ ਸਕਦਾ, ਦੁੱਖ ਆਪਣਾ ਪ੍ਰਭਾਵ ਪਾ ਹੀ ਨਹੀਂ ਸਕਦਾ। ਨਾ ਦਾ ਅਰਥ ਹੈ ਪੁਰਖ ਤੇ ਅਨਕ ਦਾ ਅਰਥ ਹੈ ਅਸਲ ਦੇ ਵਿੱਚ ਦੁੱਖ ਪੋ ਹੀ ਨਹੀਂ ਸਕਦਾ, ਦੁੱਖ ਜਿਹੜਾ ਹੈ ਆਪਣਾ ਪ੍ਰਭਾਵ ਹੀ ਨਹੀਂ ਪਾ ਸਕਦਾ। ਦੂਸਰੇ ਨਕਾਰ ਤੇ ਨਿਕਾਰ ਕੇ ਆਕਾਰ ਕਰ ਪਾਇਓ ਅਨ ਅਕ ਚਾਰ ਬਰਨ ਸੁਖੀਨ ਹੈ। ਇਸ ਕਰਕੇ ਜਿਹੜਾ ਹੈ ਨਾ ਤੁਸੀਂ ਦੂਸਰੇ ਨੰਨੇ ਵਿੱਚ ਦੂਜਾ ਐੜਾ ਜਦੋਂ ਐਡ ਕਰੋਗੇ ਤੇ ਇਸ ਲਈ ਉਹਦਾ ਜਿਹੜਾ ਹੈ ਅਰਥ ਹੋ ਜਾਏਗਾ ਇੱਕ ਹੋ ਗਿਆ
ਅੰਨ ਤੇ ਦੂਸਰਾ ਹੋ ਗਿਆ ਅਖ, ਤੇ ਦੋਨੇ ਪਦ ਜਿਹੜੇ ਨੇ 4 ਅੱਖਰਾਂ ਦੇ ਵਿੱਚ ਹੋ ਜਾਂਦੇ ਨੇ। ਹਾਂਜੀ। अक नाम दुख को बिदत है जगत मद, जानर को नहीं दुख सदा सुख लीन है। ਅਕ ਦਾ ਅਰਥ ਹੈ ਦੁੱਖ ਤੇ ਅੰਨ ਦਾ ਅਰਥ ਹੈ ਨਹੀਂ ਹੈ। ਇਹਦਾ ਭਾਵ ਅਰਥ ਇਹ ਹੋਇਆ ਕਿ ਉਸ ਪੁਰਖ ਨੂੰ ਦੁੱਖ ਨਹੀਂ ਹੈ, ਦੁੱਖ ਹੋ ਹੀ ਨਹੀਂ ਸਕਦਾ। ऐसो एह नानक के नाम को अर्थ चीन, सत चिदानंद नित भगत अधीन है। ਭਾਈ ਇਸ ਲਈ ਜਿਹੜਾ ਹੈ ਨਾਨਕ ਦਾ ਅਰਥ ਇਹ ਹੈ ਕਿ ਜਿਹੜਾ ਸਦਾ ਹਰਖਵੰਤ ਖੁਸ਼ ਰਵੇ, ਸਦਾ ਜਿਹੜਾ ਹੈ ਨਿਰਮਲ ਰਵੇ, ਵਿਗਾਸ ਜੀ ਦੇ ਅੰਦਰ ਰਵੇ, ਕਦੀ ਦੁੱਖ ਜਿਹੜਾ ਹੈ ਪੋ ਹੀ ਨਾ ਨਹੀਂ ਸਕਦਾ ਫਿਰ ਉਹਨੂੰ। ਇਸ ਪ੍ਰਕਾਰ ਦੇ ਅਰਥ ਕਰਕੇ ਦੱਸੇ ਹਨ। दोहरा परम हरख कालू करत, सुन दिज बर के बैन, सादर दीन उपाय न गयो बहुर निज ऐन। ਬ੍ਰਾਹਮਣ ਜੀ ਦੇ ਜਦੋਂ ਇਹ ਅਰਥ ਸੁਣੇ ਨੇ, ਗੱਲਾਂ ਸੁਣੀਆਂ ਨੇ, ਬਾਬਾ ਮਹਿਤਾ ਕਾਲੂ ਜੀ ਬੜੇ ਪ੍ਰਸੰਨ ਹੋਏ ਨੇ, ਖੁਸ਼ ਹੋਏ ਨੇ, ਬੜੇ ਆਦਰ ਦੇ ਨਾਲ ਉਹਨਾਂ ਨੂੰ ਕੁਝ ਭੇਟਾ ਦਿੱਤੀ ਹੈ। ਤੇ ਭੇਟਾ ਪ੍ਰਾਪਤ ਕਰਕੇ ਫਿਰ ਪੰਡਿਤ ਹਰਦਿਆਲ ਜੀ ਆਪਣੇ ਗ੍ਰਹਿ ਵਿਖੇ ਨੂੰ ਚਲੇ ਗਏ ਨੇ। ਤੇ ਜਾਂਦਿਆਂ ਜਾਂਦਿਆਂ ਫਿਰ ਕੀ ਸੋਚਦੇ ਨੇ ਮਨ ਦੇ ਵਿੱਚ ਕਿ ਅਵਸਥਾ ਬੜੀ ਬਜ਼ੁਰਗ ਹੋ ਗਈ ਹੈ, ਤੇ ਮੈਂ ਤੇ ਚਾਹੁੰਦਾ ਸਾਂ ਕਿ ਕੌਤਕ ਵੇਖੇ ਜਾਣ ਗੁਰੂ ਨਾਨਕ ਸਾਹਿਬ ਜੀ ਦੇ। ਹਰਬਲਾ ਬੜੀ ਵੱਡੀ ਹੋ ਗਈ। ਕੀ ਕੁਝ ਸੋਚਦੇ ਨੇ, ਕੀ ਕੁਝ ਮਨ ਦੇ ਵਿੱਚ ਵਿਚਾਰਾਂ ਆਉਂਦੀਆਂ ਨੇ ਉਹਨਾਂ ਦੇ, ਤੇ ਕਿਵੇਂ ਬਾਲ ਅਵਸਥਾ ਵਿੱਚ ਗੁਰੂ ਸਾਹਿਬ ਜੀ ਕੌਤਕ ਕਰਦੇ ਨੇ। ਕੱਲ੍ਹ ਦੇ ਦੀਵਾਨਾਂ ਵਿੱਚ ਆਪਾਂ ਸਰਵਣ ਕਰਾਂਗੇ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, वाहिगुरु जी की फतेह। हे अच्युत हे पार ब्रह्म अविनाशी अघनाश, हे पूरन हे सर्ब मैं, पंजन गुण तास, हे संगी हे निरंकार, निर्गुण सब टेक, हे गोविंद हे गुण निधान, जाके सदा विवेक, हे अपरंपर हर हरे, है भी हो बनहार, हे संतां के सदा संग, धारा आधार, हे ठाकुर हों दासरो, मैं निर्गुण गुण नहीं को, नानक दीजै नामदार, राखो ही है परो, आए प्रभ शरणागति, कृपा निध दयाल, एक अखर हर मन बसत, नानक होत निहाल, आए प्रभ शरणागति, कृपा निध दयाल, एक अखर हर मन बसत। नानक होत निहाल। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।